सतनाम श्री वाहिगुरु साहिब जीओ। जेता समुंद सागर नीर भरिया, तेते अवगुण हमारे। दया करो किछ मेहरु पावो, डुबदे पत्थर तारे। जी अडागन बराबर दबै, भीतर वगै घाती। प्राणवत नानक हुक्म पछाणै, सुख होवै दिन राती। प्राणवत नानक हुक्म पछाणै, सुख होवै दिन राती। सतगुरु गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी, गुरु सवारी गुरु की साजी, साज की नवाजी गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और श्वासां नूं सफला करिए, सतगुरां दीयां खुशियां प्राप्त करना करिए। चल रही लड़ीवार शब्द विचार कथा गुरबाणी श्रवण करना करिए। आप संत ने जो हुण तक लड़ीवार शब्द विचार कथा गुरबाणी श्रवण कीती है, वो विचार इथों तक सी कि जिस वेले सतगुरु गुरु हरगोबिंद महाराज छेवें पातशाह सतगुरु जी गोविंदपुर विखे ब्यासा नदी के किनारे सतगुरु जी विराजमान है, सुशोभित है। ते सतगुरु गुरु हरगोबिंद महाराज छेवें पातशाह जी बख्शिशां रहमतां बरता रहे सन। सतगुरु जी दे सन्मुख दूर दूर तो संगतां चल के पावन पवित्र हजूरी अंदर सतगुरु दे चरण कमलां दे अंदर नतमस्तक होकर के बख्शिशां रहमतां प्राप्त कर रहीआं ने। हुण काफी समा इदां बतीत होया ते सतगुरु जी एक दफा कहंदे इदां संगत दे विच विराजमान सन। संगत सतगुरु दे सन्मुख सुशोभित सी। सतगुरु जी संघासन ते विराजमान है, इदां विराजमान है जिवें कहंदे आकाश दे विच पूर्णमासी दी रात नूं चंद्रमा तारियां दे विच सुशोभित होवे, इदां सतगुरु जी विराजमान है, सुशोभित है। उस वेले सतगुरु गुरु हरगोबिंद महाराज जी दा विराजमान है ते अचनचेत सतगुरु जी ने बैठे बैठे बाबा बुढ़ा जी वल निगाह बख्शिश रहमत दी मारी है, घुमाई है। इदा सामने बाबा बुढ़ा जी नूं तकिया, बैठे ने विराजमान ने सुशोभित ने। ते सतगुरु जी ने अचानक बाबा बुढ़ा जी नूं बेनती कीती, कहण लगे बाबा जी तुहाडी जिहड़ी उम्र है, आ जिहड़ी तुहाडी उम्र है हुण तक दी गुरु नानक दे दरकर दे विच सेवा करदे आ,
ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਸੁਣਦਿਆਂ ਸਤਿਗੁਰ ਦੇ ਦਰ ਘਰ ਦੇ ਵਿੱਚ ਬਤੀਤ ਹੋਈ ਹੁਣ ਤੱਕ। ਤੇ ਤੁਸੀਂ ਬਹੁਤ ਵੱਡੇ ਸੁਲਝੇ ਵਿਦਵਾਨ ਵੀ ਹੋ, ਤੁਹਾਡੇ ਤੇ ਬਖਸ਼ਿਸ਼ ਰਹਿਮਤ ਹੈ ਗੁਰੂ ਨਾਨਕ ਦੇ ਮਹਾਰਾਜ ਦੀ। ਆਪ ਜੀ ਕਿਰਪਾ ਕਰੋ, ਅਸੀਂ ਬੇਨਤੀ ਕਰ ਲੱਗੇ ਆ ਕਿ ਸਤਿਗੁਰ ਦੇ ਗੁਰੂ ਨਾਨਕ ਦੇ ਮਹਾਰਾਜ ਦੇ ਦਰ ਘਰ ਦੀ ਕੋਈ ਇਦਾਂ ਦੀ ਵਿਚਾਰ ਦੱਸੋ ਜਿਹੜੀ ਕਿ ਨਾਮ ਸਿਮਰਨ ਦੀ ਪ੍ਰਾਪਤੀ ਕਰਨ ਵਾਲੀ ਹੋਵੇ ਤੇ ਮਨ ਵਿੱਚੋਂ ਦੁਰਮਤ ਨਾਸ਼ ਕਰਨ ਵਾਲੀ ਹੋਵੇ। ਇਦਾਂ ਦੀ ਵਿਚਾਰ ਦੱਸੋ। ਤੇ ਸੰਗਤ ਦੇ ਮਨ ਦੇ ਵਿੱਚ ਵੀ ਇਹ ਵਿਚਾਰ ਪ੍ਰਾਪਤ ਕਰਕੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋ ਜੇ। ਇਦਾਂ ਦੀ ਵਿਚਾਰ ਦੱਸੋ ਕੋਈ। ਜਿਸ ਵੇਲੇ ਬਾਬਾ ਬੁੱਢਾ ਜੀ ਨੂੰ ਇਦਾਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਤੇ ਬਾਬਾ ਬੁੱਢਾ ਜੀ ਵੀ ਬੜੀ ਨਿਮਰਤਾ ਸਰੂਪ ਨੇ, ਬੜੇ ਵਿਦਵਾਨ ਨੇ, ਬ੍ਰਹਮ ਗਿਆਨੀ ਤੋਂ ਵੀ ਉੱਚ ਪਦਵੀ ਦੇ ਮਾਲਕ ਨੇ। ਹੁਣ ਜਿਨ੍ਹਾਂ ਨੇ ਗੁਰੂ ਨਾਨਕ ਦੇ ਮਾਰਗ ਤੋਂ ਲੈ ਕੇ ਹੁਣ ਤੱਕ 6 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਆ ਤੇ ਬਹੁਤ ਵੱਡੀ ਮਹਾਨ ਸ਼ਖਸੀਅਤ ਨੇ ਬਾਬਾ ਬੁੱਢਾ ਜੀ। ਉਹ ਬੇਨਤੀ ਕਰ ਲੱਗੇ, ਕਹਿੰਦੇ ਸਤਿਗੁਰੂ ਜੀ, ਨਿਮਰਤਾ ਸਹਿਤ ਬੇਨਤੀ ਕਰ ਲੱਗੇ, ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਜਾਣੋ ਤੁਹਾਡੇ ਤੋਂ ਲੁਕਿਆ ਛੁਪਿਆ ਕੁਝ ਨਹੀਂ ਹੈ। ਤੁਹਾਨੂੰ ਪਤਾ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਹੁਣ ਤੱਕ ਦਾ ਸਮਾਂ, ਅੱਗੇ ਜਿਹੜਾ ਆਵੇਗਾ ਉਹ ਵੀ ਸਮਾਂ ਤੁਹਾਨੂੰ ਪਤਾ ਹੈ। ਤੁਸੀਂ ਆਉਣ ਵਾਲੇ ਸਮੇਂ ਨੂੰ ਵੀ ਜਾਣਦੇ ਹੋ, ਜੋ ਸਮਾਂ ਚੱਲ ਰਿਹਾ ਉਹਨੂੰ ਵੀ ਜਾਣਦੇ ਹੋ, ਜੋ ਸਮਾਂ ਬੀਤ ਚੁੱਕਿਆ ਉਹਨੂੰ ਵੀ ਜਾਣਦੇ ਹੋ। ਤੁਹਾਡੇ ਤੋਂ ਕੁਝ ਲੁਕਿਆ ਛੁਪਿਆ ਨਹੀਂ ਹੈ। ਉਸ ਵੇਲੇ ਤਾਂ ਬਾਬਾ ਬੁੱਢਾ ਜੀ ਨੇ ਨਿਮਰਤਾ ਸਹਿਤ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਆ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਜੀ ਇਹ ਗੱਲ ਦਾ ਸਾਨੂੰ ਵੀ ਪਤਾ ਕਿ ਸਾਥੋਂ ਕੁਝ ਲੁਕਿਆ ਛੁਪਿਆ ਨਹੀਂ ਹੈ, ਪਰਮਾਤਮਾ ਦੀ ਕਿਰਪਾ, ਪਰ ਅਸੀਂ ਤੁਹਾਡੀ ਰਸਨਾ ਤੋਂ ਸਤਿਗੁਰ ਦੀ ਉਸਤਤ ਸੁਣਨਾ ਚਾਹੁੰਦੇ ਆ, ਗੁਰੂ ਨਾਨਕ ਦੇ ਮਾਰਗ ਦੀ ਵਡਿਆਈ ਸੁਣਨਾ ਚਾਹੁੰਦੇ ਆ, ਗੁਰੂ ਅੰਗਦ ਦੇ ਮਾਰਗ ਦੀ, ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਸਤਿਗੁਰ ਦੀ ਵਡਿਆਈ ਸੁਣਨਾ ਚਾਹੁੰਦੇ ਆ। ਇਹਦੇ ਨਾਲ ਸੰਗਤ ਨੂੰ ਵੀ ਕੁਝ ਗਿਆਨ ਪ੍ਰਾਪਤ ਹੋਵੇਗਾ। ਆਪ ਜੀ ਕਿਰਪਾ ਕਰੋ, ਵਰਣਨ ਕਰੋ, ਕੁਝ ਦੱਸੋ। ਤੇ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਇਦਾਂ ਕਰਕੇ ਬਾਬਾ ਬੁੱਢਾ ਜੀ ਦੇ ਨਾਲ ਵਚਨ ਵਿਲਾਸ ਕੀਤੇ ਨੇ ਤੇ ਬਾਬਾ ਬੁੱਢਾ ਜੀ ਬੜੇ ਖੁਸ਼ ਹੋਏ ਨੇ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਬਚਨ ਕਹੇ, ਹਿਰਦੇ ਵਿੱਚ ਉਹਨਾਂ ਨੂੰ ਬਹੁਤ ਹੀ ਪ੍ਰਸੰਨਤਾ ਪ੍ਰਾਪਤ ਹੋਈ ਹੈ ਤੇ ਦੋਵੇਂ ਹੱਥ ਜੋੜ ਕੇ ਬਾਬਾ ਬੁੱਢਾ ਜੀ ਗਲ ਵਿੱਚ ਪੱਲਾ ਪਾ ਕੇ ਨਿਮਰਤਾ ਸਹਿਤ ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਵਿਲਾਸ ਜੋ ਉਹਨਾਂ ਦੀ ਵਿਚਾਰ ਉਹ ਪੇਸ਼ ਕਰ ਲੱਗੇ ਨੇ। ਕਹਿਣ ਲੱਗੇ ਲੋ ਸੰਗਤ ਦੀ ਸੁਣੋ ਧਿਆਨ ਦੇ ਕੇ, ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਬਹੁਤ ਵੱਡੀ ਬਖਸ਼ਿਸ਼ ਰਹਿਮਤ ਦੇ ਮਾਲਕ ਸਨ। ਕਹਿੰਦੇ ਜਿਸ ਵੇਲੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਪਾਪ ਵੱਧ ਚੁੱਕਿਆ ਸੀ, ਮਨੁੱਖ ਨੂੰ ਕੁਝ ਜਾਣਦਾ ਨਹੀਂ ਸੀ, ਠੱਗੀਆਂ ਧੋਖੇ ਪਾਪ ਦੀ ਜਿਹੜੀ ਕਿਰਤ ਸੀ ਵੱਧ ਚੁੱਕੀ ਸੀ ਬਹੁਤ ਜ਼ਿਆਦਾ। ਤੇ ਉਸ ਵੇਲੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨੇ ਇਸ ਬਲਦੇ ਸੜਦੇ ਸੰਸਾਰ ਦੇ ਵਿੱਚ ਅਵਤਾਰ ਧਾਰਨ ਕੀਤਾ ਤੇ ਸਤਿਗੁਰੂ ਜੀ ਨੇ ਅਵਤਾਰ ਧਾਰਨ ਕਰਕੇ ਸੰਸਾਰ ਦੇ ਵਿੱਚ ਉਸ ਵੇਲੇ ਤੋਂ ਹੀ ਕਹਿੰਦੇ ਬਖਸ਼ਿਸ਼ਾਂ ਰਹਿਮਤਾਂ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ, ਅਨੋਖੇ ਕੌਤਕ ਵਰਤਨੇ ਸ਼ੁਰੂ ਹੋ ਗਏ। ਤੇ ਸਤਿਗੁਰੂ ਜੀ ਨੇ ਜਿਸ ਵੇਲੇ ਕਹਿੰਦੇ ਅਵਤਾਰ ਧਾਰਨ ਕੀਤਾ ਤੇ ਇਦਾਂ ਸੰਸਾਰ ਦੇ ਵਿੱਚ ਪ੍ਰithvi ਦੇ ਉੱਤੇ ਇੱਕ ਸ਼ਾਂਤੀ ਜਿਹੀ ਪ੍ਰਾਪਤ ਹੋਈ, ਜਿਵੇਂ ਕਹਿੰਦੇ ਬਹੁਤੀ ਰੇਤਲੀ ਧਰਤੀ ਦੇ ਉੱਤੇ ਬੜੇ ਲੰਮੇ ਸਮੇਂ ਤੋਂ ਵਰਖਾ
ਨਾ ਹੋਈ ਹੋਵੇ ਤੇ ਅਚਨਚੇਤ ਬਹੁਤ ਜ਼ਿਆਦਾ ਉੱਥੇ ਵਰਖਾ ਹੋ ਜਾਏ ਤੇ ਉਹ ਧਰਤੀ ਦੀ ਜਿਹੜੀ ਵਰਖਾ ਨੂੰ ਪ੍ਰਾਪਤੀ ਹੈ, ਵਰਖਾ ਦੀ ਪ੍ਰਾਪਤੀ ਹੈ, ਉਦੋਂ ਦਾ ਆਨੰਦ ਉਹ ਅਜਬ ਨਜ਼ਾਰਾ ਕਹਿੰਦੇ ਵੱਖਰਾ ਹੀ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਸੰਸਾਰ ਰੂਪੀ ਰੇਤਲੀ ਧਰਤੀ ਦੇ ਉੱਤੇ ਗੁਰੂ ਨਾਨਕ ਦੀ ਬਖਸ਼ਿਸ਼ ਰਹਿਮਤ ਦਾ, ਕਿਰਪਾ ਰਹਿਮਤ ਦਾ ਜਿਸ ਵੇਲੇ ਮੀਂਹ ਬਰਸਿਆ ਤੇ ਸੰਸਾਰ ਦੇ ਵਿੱਚ ਵੱਖਰਾ ਹੀ ਅਜਬ ਨਜ਼ਾਰਾ ਪ੍ਰਾਪਤ ਹੋਇਆ। ਪਾਪ ਨੂੰ ਠੱਲ ਪੈਣੀ ਸ਼ੁਰੂ ਹੋ ਗਈ। ਸਤਿਗੁਰੂ ਜੀ ਨੇ ਬਚਪਨ ਤੋਂ ਹੀ ਕੌਤਕ ਵਰਤਾਉਣੇ ਸ਼ੁਰੂ ਕਰ ਦਿੱਤੇ। ਭੋਲੇ ਭਾਲੇ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਸ਼ੁਰੂ ਕਰ ਦਿੱਤਾ। ਨਾਮ ਜਪਣ ਜਪਾਉਣ ਦੀ ਵਿਚਾਰ ਸ਼ੁਰੂ ਕਰ ਦਿੱਤੀ। ਜਿਨ੍ਹਾਂ ਲੋਕਾਂ ਨੂੰ ਪਰਮਾਤਮਾ ਦੀ ਕੋਈ ਸੁਰਤੀ ਨਹੀਂ ਸੀ, ਗਿਆਨ ਨਹੀਂ ਸੀ, ਮਨ ਦੇ ਵਿੱਚ ਵਿਚਾਰ ਨਹੀਂ ਸੀ, ਉਹਨਾਂ ਨੂੰ ਸਤਿਗੁਰੂ ਨੇ ਗਿਆਨ ਦੀ ਬਖਸ਼ਿਸ਼ ਰਹਿਮਤ ਕੀਤੀ। ਇੱਥੋਂ ਤੱਕ ਗੁਰੂ ਨਾਨਕ ਦੇ ਮਾਰ ਨੇ 4 ਉਦਾਸੀਆਂ ਧਾਰਨ ਕਰਕੇ ਨਾਮ ਦਾ ਸਿਮਰਨ ਦਾ, ਸਤਨਾਮ ਦਾ ਚੱਕਰ ਚਲਾ ਕੇ ਸੰਸਾਰ ਦੇ ਵਿੱਚ ਨਾਮ ਰੂਪੀ ਬੀਜ ਬੋਣਾ ਕੀਤਾ, ਸਖੀ ਪ੍ਰਦਾਨ ਕੀਤੀ। ਉਹਨਾਂ ਲੋਕਾਂ ਨੂੰ ਸਤਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਨਾ ਕੀਤਾ ਜਿਨ੍ਹਾਂ ਲੋਕਾਂ ਨੂੰ ਕਦਾਚਿਤ ਵੀ ਕਿਸੇ ਪ੍ਰਕਾਰ ਕੋਈ ਗਿਆਨ ਨਹੀਂ ਸੀ, ਇਸ ਸਰੀਰ ਬਾਰੇ ਕੋਈ ਨੌਲੇਜ ਨਹੀਂ ਸੀ, ਕਿਸੇ ਪ੍ਰਕਾਰ ਕੋਈ ਸੋਝੀ ਨਹੀਂ ਸੀ। ਤੇ ਸਤਿਗੁਰੂ ਜੀ ਨੇ ਦੱਸਿਆ ਕਿ ਭਲਿਓ ਸੰਸਾਰ ਦੇ ਵਿੱਚ ਮਨੁੱਖੇ ਜਨਮ ਜੀਵਨ ਦਾ ਲਾਹਾ ਕਿਵੇਂ ਪ੍ਰਾਪਤ ਕਰਨਾ, ਕਿਵੇਂ ਸੋਝੀ ਪ੍ਰਾਪਤ ਕਰਨੀ, ਕਿਵੇਂ ਗਿਆਨ ਪ੍ਰਾਪਤ ਕਰਨਾ ਹੈ, ਸੰਸਾਰ ਦੇ ਵਿੱਚ ਆਉਣ ਦਾ ਮਤਲਬ ਕੀ ਹੈ, ਮੇਨ ਮਕਸਦ ਕੀ ਹੈ, ਇਹ ਵਰਣਨ ਕਰਵਾਇਆ। ਤੇ ਇਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇ ਮਾਰਗ ਨੂੰ ਕਹਿੰਦੇ ਲੋਕਾਂ ਨੇ, ਕਈਆਂ ਨੇ ਬਹੁਤ ਉਸਤਤ ਵੀ ਕੀਤੀ, ਕਈਆਂ ਲੋਕਾਂ ਨੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇ ਮਾਰਗ ਨੂੰ ਪਾਗਲ ਵੀ ਕਿਹਾ, ਮਸਤਾਨਾ ਕਿਹਾ, ਭੂਤਨਾ ਬਿਤਾਲਾ ਕਿਹਾ। ਕਈਆਂ ਲੋਕਾਂ ਨੇ ਸਤਿਗੁਰੂ ਜੀ ਨੂੰ ਵੱਟੇ ਤੱਕ ਮਾਰ ਦਿੱਤੇ, ਪਾਪੀ ਲੋਕਾਂ ਨੇ। ਕਹਿੰਦੇ ਇਦਾਂ ਦੀ ਸਤਿਗੁਰੂ ਦੀ ਵਿਚਾਰ ਰਹੀ ਹੈ। ਬਾਬਾ ਬੁੱਢਾ ਜੀ ਹੁਣ ਕਹਿੰਦੇ ਗੋਬਿੰਦਪੁਰ ਬਿਆਸਾ ਨਦੀ ਦੇ ਕਿਨਾਰੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸੰਗਤ ਵਿੱਚ ਸੁਸ਼ੋਭਿਤ ਹੋ ਕਰਕੇ ਇਹ ਵਿਚਾਰ ਵਰਣਨ ਕਰ ਰਹੇ ਨੇ। ਇਹ ਵਿਚਾਰ ਹੈ ਜਿਹੜੀ ਸਰਵਣ ਕਰਵਾ ਰਹੇ ਨੇ। ਤੇ ਉਸ ਵੇਲੇ ਕਹਿੰਦੇ ਸਤਿਗੁਰੂ ਜੀ ਦਾ ਸਾਹਮਣਾ ਇਦਾਂ ਦੇ ਲੋਕਾਂ ਨਾਲ ਵੀ ਹੋਇਆ ਜਿਹੜੇ ਪਾਪੀ ਨੇ। ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਸੱਦੇ ਰਸਤੇ ਪਾਇਆ। ਠੱਗ, ਚੋਰ, ਭੂਤ, ਪ੍ਰੇਤ, ਦੈਤ, ਸੰਸਾਰ ਦੇ ਵਿੱਚ ਬੜੇ ਪਾਪੀ ਤੋਂ ਪਾਪੀ ਲੋਕ ਸਤਿਗੁਰੂ ਜੀ ਨੇ ਸੱਦੇ ਰਸਤੇ ਪਾਏ ਨੇ। ਤੇ ਉਸ ਵੇਲੇ ਕਹਿੰਦੇ ਚਲਦਿਆਂ ਚਲਦਿਆਂ ਗੁਰੂ ਨਾਨਕ ਦੇ ਮਾਰਗ ਦੇ ਸਨਮੁਖ ਕਹਿੰਦੇ ਇੱਕ ਇਹੋ ਜਿਹਾ ਸੇਵਕ ਪ੍ਰਾਪਤ ਹੋਇਆ ਜਿਹਨੂੰ ਗੁਰੂ ਨਾਨਕ ਦੇ ਮਾਰਗ ਦੇ ਉੱਤੇ ਬਹੁਤ ਵੱਡੀ ਹਿਰਦੇ ਵਿੱਚੋਂ ਪਿਆਰ ਦੀ ਵਿਚਾਰ ਪ੍ਰਾਪਤ ਹੋਈ। ਸਤਿਗੁਰ ਦੇ ਯਕੀਨ, ਵਿਸ਼ਵਾਸ, ਭਰੋਸਾ ਸੀ ਜਿਸ ਗੁਰਸਿੱਖ ਨੂੰ। ਉਹ ਗੁਰਸਿੱਖ ਦਾ ਨਾਮ ਭਾਈ ਲਹਿਣਾ ਕਰਕੇ ਵਰਣਨ ਕੀਤਾ ਗਿਆ। ਕਹਿੰਦੇ ਲੰਮਾ ਸਮਾਂ ਬਤੀਤ ਹੁੰਦਾ ਗਿਆ ਤੇ ਆਖਰਕਾਰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਲਹਿਣਾ ਜੀ ਨੂੰ ਆਪਣਾ ਰੂਪ ਥਾਪੜ ਕੇ ਬਖਸ਼ਿਸ਼ ਰਹਿਮਤ ਕਰਕੇ ਭਾਈ ਲਹਿਣਾ ਜੀ ਨੂੰ ਆਪ ਦਾ ਰੂਪ ਬਣਾ ਕੇ ਆਪ ਸਤਿਗੁਰੂ ਦੀ ਸੱਚਖੰਡ ਵਿੱਚ ਜਾ ਵਿਰਾਜਮਾਨ ਹੋ ਗਏ। ਤੇ ਦੂਜੇ ਪਾਤਸ਼ਾਹ ਨਿਮਰਤਾ ਦੇ ਰੂਪ, ਸੇਵਾ ਦੇ ਪੁੰਜ ਬੜੇ ਉਹ ਵੀ ਸੁਲਝੇ ਸਨ, ਪਰ ਕਹਿੰਦੇ ਉਹਨਾਂ ਨੇ ਜੋ ਰਿਧੀਆਂ ਸਦੀਆਂ ਸਨ, ਜੋ ਬਖਸ਼ਿਸ਼ਾਂ ਰਹਿਮਤਾਂ ਸਨ ਗੁਰੂ ਨਾਨਕ ਦੇ ਮਾਰਗ ਤੋਂ ਪ੍ਰਾਪਤ ਕੀਤੀਆਂ, ਗੁਰੂ ਨਾਨਕ ਦੇ ਦੂਜੇ ਰੂਪ ਹੋਏ ਸਨ। ਕਹਿੰਦੇ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਮਾਰਗ ਦੇ ਰੂਪ ਦੇ ਵਿੱਚ ਤਬਦੀਲ ਹੋ ਗਏ। ਜਿਸ ਵੇਲੇ ਸਤਿਗੁਰੂ ਨੇ ਅੰਗ ਦੇ ਨਾਲ ਲਾ ਕੇ ਥਾਪੜਾ ਦੇ ਕੇ ਗਲਵਕੜੀ ਪਾ ਕੇ ਆਪਣਾ ਰੂਪ ਬਣਾਇਆ
ਤੇ ਕਹਿੰਦੇ ਭਾਈ ਲੈਣੇ ਤੋਂ ਗੁਰੂ ਅੰਗਦ ਦੇਵ ਮਹਾਰਾਜ ਦੂਜੇ ਪਾਤਸ਼ਾਹ ਬਣੇ, ਦੂਜੇ ਨਾਨਕ ਦਾ ਰੂਪ ਬਣ ਗਏ। ਉਹ ਕਹਿੰਦੇ ਸੰਸਾਰ ਦੇ ਵਿੱਚ ਗੁਪਤੀ ਵਰਤਦੇ ਰਹੇ, ਕਿਸੇ ਪ੍ਰਕਾਰ ਉਹਨਾਂ ਨੇ ਕੋਈ ਜ਼ਾਹਰ ਨਹੀਂ ਕੀਤਾ ਆਪਣਾ ਆਪ, ਕੋਈ ਕਿਸੇ ਪ੍ਰਕਾਰ ਦੀ ਕਰਾਮਾਤ ਜ਼ਾਹਰ ਨਹੀਂ ਕੀਤੀ, ਸੰਸਾਰ ਦੇ ਵਿੱਚ ਗੁਪਤ ਵਰਤਦੇ ਰਹੇ। ਉਸ ਵੇਲੇ ਕਹਿੰਦੇ ਲੋਕ ਸਤਿਗੁਰੂ ਗੁਰੂ ਨਾਨਕ ਦਾ ਰੂਪ ਜਾਣ ਕੇ ਕਹਿੰਦੇ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਿਮਰਦੇ ਰਹੇ, ਸਤਿਗੁਰ ਦੇ ਚਰਨੀ ਜੁੜਦੇ ਰਹੇ, ਸਿੱਖੀ ਪ੍ਰਾਪਤ ਕਰਦੇ ਰਹੇ, ਸੇਵਾ ਦੇ ਵਿੱਚ ਜੁੜਦੇ ਰਹੇ। ਸਤਿਗੁਰੂ ਦੀ ਇਦਾਂ ਕਿਰਪਾ ਰਹਿਮਤ ਹੋਈ, ਬਹੁਤ ਸੰਸਾਰ ਦੇ ਵਿੱਚ ਲੋਕਾਂ ਨੂੰ ਸਿੱਖੀ ਪ੍ਰਦਾਨ ਕੀਤੀ, ਪਰ ਅੰਦਰੋਂ ਅੰਦਰੀ ਗੁਪਤੀ ਵਰਤਦੇ ਰਹੇ। ਤੇ ਸਤਿਗੁਰੂ ਜੀ ਬੜੀ ਨਿਮਰਤਾ ਦੇ ਸਰੂਪ ਸਨ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨੋਂ ਉਚਾਰਦੇ ਸਨ ਨੂੰ ਸੱਤ ਕਰਕੇ ਮੰਨਦੇ ਸਨ, ਕਿਸੇ ਪ੍ਰਕਾਰ ਕੋਈ ਕਿੰਤੂ ਪਰੰਤੂ ਨਹੀਂ ਕਰਦੇ, ਜੋ ਬਚਨ ਹੈ ਸੱਤ ਕਰਕੇ ਮੰਨਦੇ ਸਨ। ਜੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਭਾਈ ਲੈਣਾ ਜੀ ਰਾਤ ਦਿਨ ਦੇ ਵਿਖੇ ਦੁਪਹਿਰੇ ਵੇਲੇ ਕਹਿ ਦਿੰਦੇ ਸਨ ਭਾਈ ਲੈਣਾ ਜੀ ਰਾਤ ਹੈ, ਤੇ ਦੁਪਹਿਰ ਦੇ ਵਿਖੇ ਸਤਿਗੁਰ ਦੇ ਬਚਨ ਨੂੰ ਮੰਨ ਕੇ ਕਹਿ ਦਿੰਦੇ ਸੀ ਭਾਈ ਲੈਣਾ ਜੀ ਹਾਂ ਸਤਿਗੁਰ ਜੀ ਰਾਤ ਹੈ। ਜੇ ਰਾਤ ਹੋਈ ਹੈ, ਰਾਤ ਦੇ ਵਿਖੇ ਸਤਿਗੁਰ ਜੀ ਅਚਨਚੇਤ ਕਹਿ ਦਿੰਦੇ ਸਨ ਭਾਈ ਲੈਣਿਆ ਦੇਖ ਭਾਈ ਕਿੱਡਾ ਦੁਪਹਿਰਾ ਲੱਗਿਆ, ਦਿਨ ਕਿੱਡਾ ਚੜਿਆ ਹੋਇਆ। ਤੇ ਭਾਈ ਲੈਣੇ ਨੇ ਸਤਿਗੁਰ ਦੇ ਬਚਨਾਂ ਨੂੰ ਮੰਨ ਕੇ ਸੱਤ ਕਰਕੇ ਕਹਿਣਾ ਹਾਂ ਸਤਿਗੁਰ ਜੀ ਰਾਤ ਹੈ, ਭਾਵੇਂ ਅੱਧੀ ਰਾਤ ਦਾ ਸਮਾਂ ਕਿਉਂ ਨਾ ਹੋਵੇ, ਹਾਂ ਸਤਿਗੁਰ ਜੀ ਦਿਨ ਚੜਿਆ ਹੋਇਆ। ਉਸ ਵੇਲੇ ਜੋ ਬਚਨ ਕਹਿੰਦੇ ਸਨ ਉਹਨੂੰ ਸੱਤ ਕਰਕੇ ਮੰਨਦੇ ਤੇ ਸਤਿਗੁਰ ਦੀ ਕਿਰਪਾ ਹੋਈ, ਬਖਸ਼ਿਸ਼ ਰਹਿਮਤ ਹੋਈ। ਕਹਿੰਦੇ ਦੂਜੇ ਪਾਤਸ਼ਾਹ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ। ਉਸ ਤੋਂ ਉਪਰੰਤ ਕਹਿੰਦੇ ਦੂਜੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਇਹਨਾਂ ਦੇ ਭਾਵੇਂ ਕੁੜਮਾਂ ਦੀ ਥਾਂ ਤੇ ਲੱਗਦੇ ਸਨ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਨੇ ਦੂਜੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਦੇ ਦਰ ਕਰਦੀ ਇਹੋ ਜੀ ਸੇਵਾ ਕੀਤੀ ਕਿ ਸੰਸਾਰ ਦੇ ਵਿੱਚ ਮਿਸਾਲ ਪੈਦਾ ਕਰ ਦਿੱਤੀ। 12 ਸਾਲ ਕਹਿੰਦੇ ਗਾਗਰ ਦੀ ਸੇਵਾ ਕੀਤੀ, ਢੋਣ ਦੀ 12 ਸਾਲ। ਤੇ 12 ਸਾਲ ਦੇ ਵਿੱਚ ਕਈ ਲੋਕਾਂ ਤੋਂ ਇਦਾਂ ਦੀਆਂ ਗੱਲਾਂ ਵੀ ਅਖਵਾਈਆਂ, ਇਦਾਂ ਦੇ ਤਾਨੇ ਮਿਹਣੇ ਵੀ ਸਹਿਣਾ ਕੀਤੇ ਨੇ। ਮੈਂ ਆਖਰਕਾਰ ਬੇਨਤੀ ਕਰਿਆ ਕਰਦਾ ਕਿ ਸੰਸਾਰ ਦੇ ਵਿੱਚ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੁੜਨ ਤੇ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨ ਤੇ ਕਈ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ, ਬੜੇ ਵਿਚਾਰਾਂ ਸੁਣਨੀਆਂ ਪੈਂਦੀਆਂ, ਕੌੜੇ ਬਚਨ ਸੁਣਨੇ ਪੈਂਦੇ ਨੇ। ਇਹ ਪ੍ਰਮਾਤਮਾ ਵੱਲੋਂ ਇੱਕ ਇਮਤਿਹਾਨ ਦਾ ਰੂਪ ਹੈ। ਤੇ ਜਿਸ ਵੇਲੇ ਗੁਰੂ ਅੰਗਦ ਦੇ ਮਹਾਰਾਜ ਦੇ ਸਨਮੁਖ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਜੁੜੇ ਨੇ, ਬਾਬਾ ਬੁੱਢਾ ਜੀ ਦੱਸਦੇ ਕਹਿੰਦੇ ਉਹਨਾਂ ਨੂੰ ਬਹੁਤ ਗੱਲਾਂ ਸੁਣਨੀਆਂ ਪਈਆਂ। ਲੋਕ ਕਿਆ ਕਰਨ ਕਿ ਅਮਰੂ ਨਿਥਾਵਾ ਕਹਿੰਦੇ ਨੂੰ ਕੋਈ ਥਾਂ ਨਹੀਂ ਮਿਲਦੀ ਆਪਣੇ ਘਰ ਦੇ ਵਿੱਚ, ਘਰ ਦੇ ਧੀਆਂ ਪੁੱਤਰਾਂ ਨੇ ਨੂੰ ਘਰੋਂ ਕੱਢ ਦਿੱਤਾ, ਹੁਣ ਕਹਿੰਦੇ ਕਿਤੇ ਥਾਂ ਨਹੀਂ ਮਿਲਦੀ, ਆਪਣੇ ਕੁੜਮਾਂ ਦੇ ਘਰ ਦੇ ਵਿੱਚ ਆ ਕੇ ਰਹਿੰਦਾ, ਇੱਥੇ ਅੱਠੇ ਪੈਰ ਕਹਿੰਦੇ ਪਾਣੀ ਢੋਂਦਾ ਰਹਿੰਦਾ, ਉਹਨਾਂ ਦੇ ਗੋਲ ਪੁਣੇ ਕਰਦਾ ਰਹਿੰਦਾ। ਇਹ ਕਮਲਾ, ਇਹ ਪਾਗਲ ਹੈ, ਝੱਲਾ ਹੈ। ਲੋਕਾਂ ਨੇ ਬਹੁਤ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਇਦਾਂ ਦੀਆਂ ਗੱਲਾਂ ਕਹੀਆਂ, ਪਰ ਇਦਾਂ ਦੀਆਂ ਗੱਲਾਂ ਨੂੰ ਨਿਕਾਰਦੇ ਹੋਏ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਤਤਪਰ ਹੋ ਕੇ ਸੇਵਾ ਕੀਤੀ। ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਨੂੰ ਕੁੜਮ ਰੂਪ ਨਹੀਂ ਸਮਝਦੇ, ਸਤਿਗੁਰੂ ਜੀ ਨੂੰ ਇਸ਼ਟ ਸਮਝਦੇ ਨੇ, ਆਪਣਾ ਗੁਰੂ ਸਮਝਦੇ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਹੈ। ਉਸ ਵੇਲੇ ਸਤਿਗੁਰੂ ਜੀ ਨੇ ਇਦਾਂ ਦੀ ਸੇਵਾ ਕੀਤੀ, ਕਹਿੰਦੇ ਚਲਦਿਆਂ ਚਲਦਿਆਂ ਸਮਾਂ ਬਤੀਤ ਹੋਇਆ ਤੇ 12 ਸਾਲ ਜਦੋਂ ਸੇਵਾ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਦੇ ਮਹਾਰਾਜ ਦੀ, ਤੇ 12 ਸਾਲ ਬਾਅਦ ਕਹਿੰਦੇ ਸਤਿਗੁਰੂ ਜੀ ਨੇ ਗੁਰਤਾ ਗੱਦੀ ਤੇ ਵਿਰਾਜਮਾਨ ਕੀਤਾ। ਉਸ ਵੇਲੇ ਕਹਿੰਦੇ ਲੋਕ ਕਹਿੰਦੇ ਨੇ ਅਮਰੂ ਨਿਥਾਵਾ
ਅਮਰੂ ਨਿਮਾਣਾ ਏ। ਗੁਰੂ ਅਮਰਦਾਸ ਮਹਾਰਾਜ ਨੂੰ ਇਦਾਂ ਕਹਿੰਦੇ ਸਨ। ਝੱਲਾ ਏ ਪਾਗਲ ਹੈ, ਇਹਨੂੰ ਕਿਤੇ ਥਾਂ ਨਹੀਂ ਮਿਲਦੀ, ਇਹ ਗੋਲ ਪੁਣੇ ਪਿਆ ਕਰਦਾ। ਤੇ ਉਸ ਵੇਲੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਕਹਿੰਦੇ ਤੁਸੀਂ ਗੁਰੂ ਅਮਰਦਾਸ ਮਹਾਰਾਜ ਨੂੰ ਨਿਥਾਵਾਂ ਕਹਿੰਦੇ ਹੋ, ਅੱਜ ਤੋਂ ਬਾਅਦ ਕਹਿੰਦੇ ਨਿਥਾਵਿਆਂ ਦੇ ਥਾਵ ਹੋਣਗੇ। ਇਹ ਅੱਜ ਤੋਂ ਬਾਅਦ ਨਿਮਾਣਿਆਂ ਦੇ ਮਾਣ ਹੋਣਗੇ, ਨਿਤਾਣਿਆਂ ਦੇ ਤਾਣ ਹੋਣਗੇ, ਨਿਉਟਿਆਂ ਦੀ ਓਟ ਹੋਣਗੇ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੇ ਤਿਰਨ, ਥਾਵਿਆਂ ਦੇ ਥਾਵ, ਨਿਉਟਿਆਂ ਦੀ ਓਟ ਹੋਣਗੇ। ਗੁਰੂ ਅਮਰਦਾਸ ਮਹਾਰਾਜ ਜੀ ਇਹ ਬਖਸ਼ਿਸ਼ ਰਹਿਮਤ ਕੀਤੀ। ਕਹਿੰਦੇ ਤੀਜੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਬਾਬਾ ਬੁੱਢਾ ਜੀ ਛੇਵੇਂ ਪਾਤਸ਼ਾਹ ਜੀ ਨੂੰ ਔਰ ਸੰਗਤ ਨੂੰ ਇਹ ਵਿਚਾਰ ਸਾਂਝੀ ਕਰਦੇ ਨੇ, ਸਰਵਣ ਕਰਵਾ ਰਹੇ ਨੇ। ਕਹਿੰਦੇ ਜਿਸ ਵੇਲੇ ਤੀਜੇ ਪਾਤਸ਼ਾਹ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ, ਗੁਰੂ ਨਾਨਕ ਦੇ ਮਾਰ ਦੇ ਤੀਜੇ ਰੂਪ ਹੋਏ ਨੇ, ਤੇ ਉਹਨਾਂ ਨੇ ਸੰਸਾਰ ਦੇ ਵਿੱਚ ਨਾਮ ਜਪਿਆ ਜਪਾਇਆ, ਸੰਗਤ ਦੇ ਵਿੱਚ ਸਿੱਖੀ ਪ੍ਰਦਾਨ ਕੀਤੀ ਹੈ, ਲੋਕਾਂ ਨੂੰ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ ਨੇ। ਵਾਕਈ ਸਤਿਗੁਰ ਦੀ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਬਣੇ ਨੇ, ਨਿਗੱਤਿਆਂ ਦੀ ਗੱਦ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੇ ਤਿਰ ਬਣੇ ਨੇ। ਸਤਿਗੁਰੂ ਜੀ ਇਦਾਂ ਦੇ ਬੇਅੰਤ ਬਖਸ਼ਿਸ਼ ਰਹਿਮਤ ਵਾਲੇ ਵਚਨ ਉਚਾਰਨ ਕਰਕੇ ਗੁਰਤਾ ਗੱਦੀ ਪ੍ਰਦਾਨ ਕੀਤੀ ਤੀਜੇ ਪਾਤਸ਼ਾਹ ਜੀ ਨੂੰ। ਤੇ ਬਾਬਾ ਬੁੱਢਾ ਜੀ ਨੇ ਇਦਾਂ ਦੀਆਂ ਸਾਰੀਆਂ ਵਿਚਾਰਾਂ ਤੀਜੇ ਪਾਤਸ਼ਾਹ ਤੱਕ ਦਸੀਆਂ। ਬਾਕੀ ਬਾਅਦ ਵਿੱਚ ਕਹਿੰਦੇ ਤੁਹਾਡੇ ਜੋ ਸਨਮੁਖ ਚੌਥੇ ਪਾਤਸ਼ਾਹ ਜੀ ਹੋਏ ਨੇ, ਤਾਂ ਤੁਹਾਡੇ ਦਾਦਾ ਜੀ ਕਹਿੰਦੇ ਉਹਨਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ, ਬਖਸ਼ਿਸ਼ ਰਹਿਮਤ ਕੀਤੀ। ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਉਹਨਾਂ ਦੇ ਪੁੱਤਰ ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ। ਉਸ ਤੋਂ ਬਾਅਦ 6ਵੇਂ ਨੰਬਰ ਤੇ ਤੁਹਾਨੂੰ ਇਹ ਗੁਰਤਾ ਗੱਦੀ ਪ੍ਰਾਪਤ ਹੋਈ। ਤੁਸੀਂ 6ਵੇਂ ਰੂਪੋ ਗੁਰੂ ਨਾਨਕ ਦੇ ਮਹਾਰਾਜ ਦੇ। ਇਦਾਂ ਬਾਬਾ ਬੁੱਢਾ ਜੀ ਨੇ ਸਾਰੀ ਵਿਚਾਰ ਸੰਗਤ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਹੁਣ ਤੱਕ ਦੀ ਜੋ ਵਿਚਾਰ ਸਰਵਣ ਕਰਵਾਈ ਤੇ ਸੰਗਤ ਵੀ ਸੁਣ ਕੇ ਬੜੀ ਹੈਰਾਨ ਹੋਈ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਦੀ ਬੇਅੰਤ ਬਖਸ਼ਿਸ਼ ਰਹਿਮਤ ਸੰਗਤ ਦੇ ਵਰਤਦੀ ਹੈ। ਜੋ ਵੀ ਗੁਰੂ ਨਾਨਕ ਦੇ ਦਰਕਰ ਦੇ ਨਾਲ ਜੁੜਿਆ ਆਮ ਤੋਂ ਮਹਾਨ ਹੋ ਗਿਆ, ਸਤਿਗੁਰ ਦੀ ਕਿਰਪਾ ਹੋ ਗਈ ਹੈ। ਹੁਣ ਉਸ ਵੇਲੇ ਬਾਬਾ ਬੁੱਢਾ ਜੀ ਨੇ ਜਦੋਂ ਇਦਾਂ ਵਿਚਾਰ ਸੰਗਤ ਵਿੱਚ ਸਰਵਣ ਕਰਵਾਈ, ਬੜਾ ਆਨੰਦ ਪ੍ਰਾਪਤ ਹੋਇਆ। ਸਤਿਗੁਰੂ ਜੀ ਵੀ ਬੜੇ ਖੁਸ਼ ਹੋਏ ਨੇ ਤੇ ਬਾਬਾ ਬੁੱਢਾ ਜੀ ਦੇ ਮੁਖ ਤੋਂ ਇਹ ਵਚਨ ਸੁਣ ਕੇ ਬੜੀ ਖੁਸ਼ੀ ਪ੍ਰਾਪਤ ਹੋਈ। ਇਦਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ। ਤਾਂ ਤੇ ਆਓ ਪਿਆਰੀ ਸੰਗਤ ਜੀ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਬਾਬਾ ਬੁੱਢਾ ਜੀ ਤੋਂ ਹੋਰ ਕੀ ਵਿਚਾਰ ਸਤਿਗੁਰੂ ਜੀ ਪ੍ਰਾਪਤ ਕਰਦੇ ਆ ਤੇ ਸਤਿਗੁਰੂ ਜੀ ਹੋਰ ਕੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਆ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰੋ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਕਥਾ ਕਰਦਿਆਂ ਵਿਚਾਰ ਕਰਦੇ ਅਨੇਕ ਪ੍ਰਕਾਰ ਦੀਆਂ तमाम ਗਲਤੀਆਂ ਕਰਵਾਦਾ ਘਾਟਾ ਸਤਿਗੁਰ ਦੀ ਭੁੱਲ ਚੁੱਕ ਮਾਫ ਕਰਨਾ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ।